ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਲਾਈਵ ਹੋ ਕੇ। ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਸਾਰੇ ਮੈਨੂੰ ਜੁਆਇਨ ਕਰਦੇ ਹੋ, ਮੈਨੂੰ ਸੁਣਦੇ ਹੋ। ਸੋ ਸਭ ਤੋਂ ਪਹਿਲਾਂ 2020 ਦੀਆਂ ਜਾਣ ਦੀਆਂ ਬਹੁਤ ਬਹੁਤ ਮੁਬਾਰਕਾਂ ਕਿ 2020 ਸਾਲ ਸਾਡੀ ਜ਼ਿੰਦਗੀ ਵਿੱਚੋਂ ਚਲਾ ਗਿਆ ਹੈ। ਇਹ ਬਹੁਤ ਯਾਦਗਾਰੀ ਸਾਲ ਰਹੇਗਾ ਕਿਉਂਕਿ ਇਹ ਸਾਲ ਬਹੁਤ ਹੀ ਮਾੜਾ ਰਿਹਾ, ਬਹੁਤ ਹੀ ਮਾੜਾ। ਕਿਸੇ ਇੱਕ ਇਨਸਾਨ ਲਈ ਨਹੀਂ, ਪੂਰੀ ਦੁਨੀਆ ਵਾਸਤੇ ਬਹੁਤ ਹੀ ਮਾੜਾ। ਕਿਉਂਕਿ ਕਈਆਂ ਦੇ ਜੀ ਚਲੇ ਗਏ ਉਹਨਾਂ ਕੋਲੋਂ, ਕਈਆਂ ਦੀਆਂ ਅੱਖਾਂ 'ਚ ਅੱਥਰੂ ਨੇ। ਬਹੁਤ ਨੁਕਸਾਨ ਹੋਇਆ ਆਲ ਓਵਰ ਵਰਲਡ, ਪੂਰੇ ਹੀ ਵਿਸ਼ਵ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਸ ਦਾ। ਸੋ ਮੈਨੂੰ ਇਹ ਕਹਿੰਦਿਆਂ ਕੋਈ ਨਹੀਂ ਹੈ ਕਿ 2020 ਦੇ ਜਾਣ ਦੀ ਸਾਨੂੰ ਇੱਕ ਦੂਸਰੇ ਨੂੰ ਵਧਾਈ ਹੀ ਦੇਣੀ ਚਾਹੀਦੀ ਹੈ, ਕਿਉਂਕਿ ਇਹੋ ਜਿਹਾ ਸਾਲ ਜ਼ਿੰਦਗੀ ਵਿੱਚ ਦੁਬਾਰਾ ਨਾ ਆਵੇ। ਬਹੁਤ ਦੁੱਖ ਤਕਲੀਫਾਂ ਸਾਰੀ ਦੁਨੀਆ ਨੇ, ਸਾਰੇ ਸਮਾਜ ਨੇ ਇਸ ਨੂੰ ਦੇਖੀਆਂ ਨੇ। ਬਾਕੀ ਨਵਾਂ ਸਾਲ ਦੀ ਵਧਾਈ ਵੀ ਹੈ। ਨਵਾਂ ਸਾਲ ਦੀ ਅਸੀਂ ਉਮੀਦ ਕਰ ਸਕਦੇ ਹਾਂ ਕਿ ਚੰਗਾ ਚੜ੍ਹੇ ਔਰ ਖੁਸ਼ੀਆਂ ਲੈ ਕੇ ਆਵੇ ਸਾਰਿਆਂ ਵਾਸਤੇ। ਬਹੁਤ ਹੀ ਬੁਰਾ ਰਿਹਾ 2020, ਬਹੁਤ ਹੀ ਬੁਰਾ ਜਿਹਨੂੰ ਆਪਾਂ ਕਹਿ ਸਕਦੇ ਹਾਂ, ਹੈ ਨਾ। ਲਾਈਕ ਕਿੰਨੇ ਲੋਕਾਂ ਦੀਆਂ ਜਾਨਾਂ ਚਲੀ ਗਈਆਂ, ਕਿੰਨੇ ਲੋਕ ਇਸ ਦੁਨੀਆ 'ਚ ਨਹੀਂ ਰਹੇ ਕਰੋਨਾ ਵਾਇਰਸ ਕਰਕੇ। ਕਿੰਨਾ ਨੁਕਸਾਨ ਹੋਇਆ, ਕੰਮ ਕਾਰ ਸਾਰੇ ਠੱਪ ਹੋ ਗਏ। ਸਾਡੇ ਜਿਹੜਾ ਅੱਜ ਕੱਲ੍ਹ ਮੇਨ ਜੋ ਮੁੱਦਾ ਚੱਲ ਰਿਹਾ, ਕਿਸਾਨ ਵੀਰ ਭਰਾ, ਬਜ਼ੁਰਗ, ਸਾਡੀਆਂ ਭੈਣਾਂ, ਸਾਡੀਆਂ ਮਾਵਾਂ ਜਾ ਕੇ ਦਿੱਲੀ ਦੀਆਂ ਸੜਕਾਂ 'ਤੇ ਬੈਠੇ ਹੋਏ ਨੇ। ਇਸ 2020 ਦੇ ਵਿੱਚ ਇਹੋ ਜਿਹਾ ਬਿੱਲ ਪਾਸ ਕਰ ਦਿੱਤਾ ਗਿਆ ਜੋ ਕਿ ਜਿਸ ਦੀ ਵਜ੍ਹਾ ਨਾਲ ਇੰਨੀ ਤਾਦਾਦ ਦੇ ਵਿੱਚ ਲੋਕਾਂ ਨੂੰ ਉੱਥੇ ਦਿੱਲੀ ਦੀਆਂ ਸੜਕਾਂ ਵਿੱਚ ਜਾ ਕੇ ਬਹਿਣਾ ਪਿਆ। ਔਰ ਅਜੇ ਵੀ ਉਹ ਸੰਘਰਸ਼ ਚਾਲੂ ਹੈ। ਬਹੁਤ ਸਾਰੇ ਵੀਰਾਂ ਦੀ, ਬਹੁਤ ਸਾਰੇ ਬਜ਼ੁਰਗਾਂ ਦੀ ਇਸ ਸੰਘਰਸ਼ ਵਿੱਚ ਵੀ ਜਾਨ ਚਲੀ ਗਈ। ਇਸ 2020 ਨੇ ਬਹੁਤ ਕੁਝ ਹੀ ਮਾੜਾ ਦਿਖਾ ਦਿੱਤਾ ਇਸ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ, ਜੋ ਕਿ ਕਦੇ ਵੀ ਮੇਰੇ ਖਿਆਲ 'ਚ ਭੁੱਲਿਆ ਨਹੀਂ ਜਾਏਗਾ। ਬਹੁਤ ਸਾਰੇ ਨੁਕਸਾਨ ਹੋ ਗਏ ਕੰਮਾਂ ਕਾਰਾਂ ਦੇ, ਜਾਨਾਂ ਦੇ। ਕਈ ਇਸ ਤਰ੍ਹਾਂ ਦੇ ਲੋਕ ਸਾਹਮਣੇ ਆਏ ਜੋ ਕਿ ਜਿਨ੍ਹਾਂ ਬਾਰੇ ਗੱਲ ਕਰਨ ਨੂੰ ਵੀ ਜੀ ਨਹੀਂ ਕਰਦਾ, ਬਟ ਗੱਲ ਕਰਨੀ ਜ਼ਰੂਰੀ ਹੈ। ਕਿਉਂਕਿ ਮੈਂ ਚਾਹੁੰਦੀ ਹਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ, ਸਾਨੂੰ ਸਭ ਨੂੰ, ਹਰੇਕ ਨੂੰ ਪਤਾ ਹੋਣਾ ਚਾਹੀਦਾ ਕਿ ਕਿਸ ਤਰ੍ਹਾਂ ਦੇ ਲੋਕ ਸਾਡੀ ਜ਼ਿੰਦਗੀ ਦੇ ਵਿੱਚ ਆਏ ਨੇ। ਇਹ ਆਈ ਥਿੰਕ 2020 ਦੀ ਆਪਾਂ ਕਹਿ ਸਕਦੇ ਹਾਂ ਕਿ ਇਹਦੀ ਬਦੌਲਤ ਹੀ ਇੰਨੇ ਲੋਕ ਆਏ ਹੈ। ਬਹੁਤ ਹੀ ਗਲਤ। ਨਿੱਕੀ ਵਰਗੇ, ਪਿੰਦਰ ਵਰਗੇ। ਸੋ ਇਹ ਸਾਡੀ ਸਮਾਜ ਦੀ, ਅਸੀਂ ਕਹਿ ਸਕਦੇ ਹਾਂ ਕਿ ਇਸ ਤਰ੍ਹਾਂ ਦੇ ਲੋਕ ਨੇ ਕਿ ਜਿਨ੍ਹਾਂ ਨੂੰ ਨਾ ਤਾਂ ਖੁਦ ਆਪਣੀ ਇੱਜ਼ਤ ਦਾ ਪਤਾ ਹੈ ਅਤੇ ਨਾ ਹੀ ਕਿਸੇ ਹੋਰ ਦੀ ਇੱਜ਼ਤ ਦਾ। ਇਹੋ ਜਿਹੀਆਂ ਗੱਲਾਂ, ਇਹੋ ਜਿਹੇ ਸ਼ਬਦ, ਇਹੋ ਜਿਹੇ ਵਿਚਾਰ ਉਹਨਾਂ ਦੇ ਕਿ ਜਿਨ੍ਹਾਂ ਨੂੰ ਸੁਣ ਕੇ ਮੇਰੇ ਖਿਆਲ 'ਚ ਕਿਤੇ ਨਾ ਕਿਤੇ ਉਹਨਾਂ ਦੇ ਪਰਿਵਾਰ ਵਾਲੇ ਵੀ ਸ਼ਰਮਿੰਦਾ ਹੀ ਨੇ। ਬਾਕੀ ਚਲੋ ਕੋਈ ਨਹੀਂ। ਕਹਿੰਦੇ ਨੇ ਕਿ ਗਲਤ ਬੱਚਾ ਜਾਂ ਗਲਤ ਇਨਸਾਨ ਆਪਣੇ ਹੀ ਪਰਿਵਾਰ ਦੇ ਵਿੱਚ, ਆਪਣੇ ਹੀ ਸਮਾਜ ਦੇ ਵਿੱਚ, ਆਪਣੇ ਹੀ ਇਰਦ ਗਿਰਦ ਹੀ ਹੁੰਦਾ ਹੈ, ਅਤੇ ਉਹਨੂੰ ਸਮਝਾਉਣਾ ਵੀ ਫਿਰ ਸਾਡਾ ਹੀ ਫਰਜ਼ ਹੁੰਦਾ ਹੈ। ਅਤੇ ਨਿੱਕੀ ਜੀ ਨੂੰ ਤਾਂ ਸਮਝਾ ਦਿੱਤਾ ਗਿਆ ਹੈ। ਬਾਕੀ ਰਹਿ ਗਈ ਗੱਲ ਪਿੰਦਰ ਜੀ ਦੀ, ਉਹਨਾਂ ਨੂੰ ਵੀ ਸਮਝਾ ਦਿੱਤਾ ਜਾਏਗਾ। ਮੈਨੂੰ ਉਮੀਦ ਹੈ ਬਹੁਤ ਜਲਦੀ ਸਾਨੂੰ ਉਹਨਾਂ ਦੀ ਵੀ ਸਮਝਾਉਣ ਦੀ ਖਬਰ ਮਿਲੇਗੀ। ਬਾਕੀ ਮੇਰੇ ਲਾਈਵ ਹੋਣ ਦਾ ਜੋ ਮੇਨ ਮੋਟਿਵ ਰਹਿੰਦਾ ਹੈ ਹਮੇਸ਼ਾ, ਉਹ ਰਹਿੰਦਾ ਹੈ ਕਿ ਬੁੱਕ ਰੀਡਿੰਗ। ਮੈਂ ਚਾਹੁੰਦੀ ਹਾਂ ਕਿ ਅਸੀਂ ਬੁੱਕ ਰੀਡਿੰਗ ਨੂੰ ਪ੍ਰਮੋਟ ਕਰੀਏ। ਮੈਂ ਖੁਦ ਬੁੱਕਸ ਪੜ੍ਹਦੀ ਸੀ, ਔਰ ਮੈਂ ਚਾਹੁੰਦੀ ਹਾਂ ਕਿ ਸਾਰੇ ਜਾਣੇ ਅਸੀਂ ਬੁੱਕਸ ਪੜ੍ਹੀਏ, ਕੁਛ ਲਿਖੀਏ। ਹਰ ਘਰ ਦੇ ਵਿੱਚ ਇੱਕ ਬੁੱਕ ਸ਼ੈਲਫ ਹੋਣੀ ਚਾਹੀਦੀ ਹੈ। ਤੁਸੀਂ ਸਾਰੇ ਕਿਤਾਬਾਂ ਪੜ੍ਹੋ,
पढ़ के उस ते बुक शैल्फ ते सजाओ। एक छोटी जी अलमीरा होनी चाहिए है, एक छोटी जी लाइब्रेरी होनी चाहिए है। सो मेरा यही मोटिव है कि मैं जदों भी बुक पढ़दी हाँ, कंप्लीट करदी हाँ, तो लाइव होके ज़रूर दसदी हाँ कि मैं किहड़ी बुक पढ़ी है, किहड़ी बुक कंप्लीट की है, उस दे विचों की समझण नूं की सीखण नूं मिलिया है। ज़रूर पढ़नी चाहिए ने सानूं बुक्स। असी अजकल दे अपने जो साडा लाइफ स्टाइल हो गया है ਉਹਦੇ ਵਿੱਚ ਅਸੀਂ ਇੰਨੇ ਕੁ ਉਲਝ ਚੁੱਕੇ ਹਾਂ ਕਿ ਅਸੀਂ ਮੋਬਾਈਲ, ਟੀਵੀ, YouTube ਅਸੀਂ ਉੱਥੇ ਤੱਕ ਹੀ ਰਹਿ ਗਏ ਹਾਂ। ਬਟ ਇੱਕ ਗੱਲ ਮੈਂ ਦੱਸਾਂ, ਜੋ ਪ੍ਰੋਪਰ ਜਾਣਕਾਰੀ ਹੈ, ਪੂਰੀ ਜਾਣਕਾਰੀ ਸਾਨੂੰ ਨਹੀਂ ਮਿਲਦੀ। ਮੋਬਾਈਲਸ ਤੋਂ, YouTube ਤੋਂ, ਸੋਸ਼ਲ ਮੀਡੀਆ ਤੋਂ ਪੂਰੀ ਜਾਣਕਾਰੀ ਨਹੀਂ ਮਿਲਦੀ। ਕਿਤੇ ਨਾ ਕਿਤੇ ਕੁਝ ਅਧੂਰਾ ਹੈ, ਸਹੀ ਹੈ। ਔਰ ਉਸ ਦੀ ਜਾਣਕਾਰੀ ਜੇਕਰ ਆਪਾਂ ਆਪਣੇ ਇਤਿਹਾਸ, ਆਪਣੇ ਧਰਮ ਬਾਰੇ, ਸਮਾਂ ਜੋ ਬੀਤਿਆ ਹੈ ਉਹਨਾਂ ਬਾਰੇ ਜੇਕਰ ਜਾਣਨਾ ਤਾਂ ਸਾਨੂੰ ਕਿਤਾਬਾਂ ਪੜ੍ਹਨੀਆਂ ਬਹੁਤ ਜ਼ਰੂਰੀ ਨੇ, ਬਹੁਤ ਜ਼ਰੂਰੀ ਹੈ ਸਾਨੂੰ ਕਿਤਾਬਾਂ ਪੜ੍ਹਨੀਆਂ। ਮੈਂ ਹੁਣ ਇਸ ਵਾਰੀ ਲਾਸਟ ਟਾਈਮ ਜਦੋਂ ਮੈਂ ਆਈ ਸੀ, ਲਾਈਵ ਹੋਈ ਸੀ, ਤੇ ਉਦੋਂ ਮੈਂ ਜੇਲ੍ਹ ਚਿੱਠੀਆਂ ਪੜ੍ਹੀਆਂ ਸੀ ਬੁੱਕ। ਇਸ ਵਾਰੀ ਮੈਂ ਪੜ੍ਹੀ ਹੈ ਅੱਤ ਦਾ ਅੰਤ। ਅੱਤ ਦਾ ਅੰਤ ਕਿਤਾਬ ਜ਼ਰੂਰ ਪੜ੍ਹੋ। ਇਸ ਦੇ ਲੇਖਕ ਨੇ डॉक्टर सुखप्रीत सिंह उद्दोके। ਅੱਤ ਦਾ ਅੰਤ किताब बहुत वधिया किताब है, बहुत कुछ पढ़न नूं, बहुत कुछ समझण नूं मिलिया। और इस किताब नूं पढ़ के समझण नूं ते जो मिलिया, सोचण नूं मिलिया। मैं इस किताब दे विच निहंग पूले बारे पढ़िया। मैं नाम सुनिया सीगा। मैं क्यों कहनी हाँ कि किताब आपां नूं पढ़नी चाहिए है, सानूं सब नूं किताबां पढ़नियां चाहिए ने अपने इतिहास दियां। उहदा एक कारण है, उहदा रीज़न पता की है? मैं पढ़िया सीगा, सुनिया सीगा अखबारां दे विच, न्यूज़ च, निहंग पूला एक इंसान सी जिसनूं सौंप दिता गया जेल दे विच। मैनूं सिर्फ इन्ना पता सी, मैनूं बाकी नहीं सी पता कि उसने की कीता सी, क्यों कीता सी। अज ये किताब पढ़ के मैनूं असलीयत पता लगी है। और जो पता लगा है, सही दसां ते कलेजा मूँह नूं आ जांदा है। मैं लिटरली ये किताब पढ़न दे टाइम हर दूसरे तीसरे पेज ते पॉज लै जांदी सी, अखां भर आंदियां सी, दिल भर आंदा सी। इन्नी दहशतगर्दी। एक इंसान इन्ना ज़्यादा दहशत दिखा सकता है, दिल कंबदा है ये किताबां पढ़ के। असी बहुत वधिया जिंदगी जी रहे हैं, बहुत वधिया। जो ये किताब पढ़ी है ना, कसम नाल रूह कंबदी है। कहते ने कि साडी ही कौम दे विच, साडी ही समाज दे विच, साडे ही लोकां दे विच इस तरह के भी लोग हुंदे ने, सुनिया सी। पर मैं जदों आप पढ़िया है ना, मैं कहनी हाँ कि ये लेखक धन है, डॉक्टर सुखप्रीत सिंह उद्दोके, जिन्हां ने ये किताब लिखी है। मैनूं नहीं समझ लगता कि उन्होंने लिखी किस तरह होएगी। मेरा पढ़न लग्या कलेजा कंब गया। ज़रूर पढ़ो, क्योंकि मैं इसनूं डिस्क्राइब नहीं कर सकती, मैं तुहानूं नहीं समझा पाऊँगी कि इहदे विच मैं की पढ़िया। पर जदों तुसीं खुद पढ़ोगे तो तुहानूं समझ लगेगा कि ये मैं क्यों तुहानूं इंसिस्ट कर रही हैं, क्यों बार बार कह रही हैं कि ये किताब पढ़ो। देखो, ये किताब इन्नी वधिया और इन्नी ज़्यादा विकी है। इस किताब नूं 7 वारी छापिया गया। पहली बार अक्तूबर 2008 विच विदेश च छपी, दूजी बार नवंबर 2008 च फिर भारत च छपी, तीजी बार फरवरी 2009 च, चौथी बार जून 2010, पंजवीं बार अगस्त 2010, छेवीं बार अक्तूबर 2012, 7वीं बार सितंबर 2018। सोचो किन्नी बार ये छपी है किताब।
ਮੈਂ ਕਹਿ ਰਹੀ ਹਾਂ ਕਿ ਮੈਨੂੰ ਨਹੀਂ ਸੀ ਪਤਾ ਇਹਦੇ ਵਿੱਚ ਕੀ ਸੀ, ਪੂਲਾ ਕੌਣ ਸੀ, ਨਿਹੰਗ ਪੂਲੇ ਨੇ ਕੀ ਕੀਤਾ ਸੀ, ਉਹਨੂੰ ਕਿਉਂ ਸਜ਼ਾ ਦਿੱਤੀ ਗਈ, ਉਹਨੂੰ ਸਿੰਘਾਂ ਨੇ ਕਿਉਂ ਸੋਧਿਆ। ਪੜ੍ਹ ਕੇ ਪਤਾ ਲੱਗਾ ਇੰਨੀ ਦਹਿਸ਼ਤਗਰਦੀ, ਛੋਟੀ ਜੀ 8 ਸਾਲ ਦੀ ਬੱਚੀ ਤੱਕ ਨੂੰ ਨਹੀਂ ਛੱਡਿਆ, 6 ਮਹੀਨੇ ਦੇ ਬੱਚਿਆਂ ਤੱਕ ਨਹੀਂ ਛੱਡਿਆ, ਪਰਿਵਾਰਾਂ ਨੂੰ ਨਹੀਂ ਛੱਡਿਆ। ਇੰਨੀ ਤਾਨਾਸ਼ਾਹੀ ਕਿਉਂ? ਸਮਝ ਲੱਗੇਗੀ ਪੜ੍ਹ ਕੇ ਕਿ ਉਸ ਦੇ ਪਿੱਛੇ ਸਪੋਰਟ ਕਿੰਨਾ ਦੀ ਸੀ, ਉਸ ਨੂੰ ਇਹ ਸਭ ਕੁਝ ਕਰਨ ਕਿੰਨੇ ਦਿੱਤਾ। ਪੜ੍ਹੋ, ਸਮਝੋ, ਅਵੇਅਰ ਹੋਵੋ। ਸਾਨੂੰ ਸਭ ਨੂੰ ਅਵੇਅਰ ਹੋਣਾ ਚਾਹੀਦਾ, ਸਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਕਿਸ ਤਰ੍ਹਾਂ ਦੇ ਸਮਾਜ 'ਚ ਰਹਿ ਰਹੇ ਹਾਂ ਔਰ ਕਿਸ ਤਰ੍ਹਾਂ ਦਾ ਸਿਸਟਮ ਹੈ ਸਾਡਾ। ਸਾਨੂੰ ਕਿੱਥੇ ਬੋਲਣਾ ਚਾਹੀਦਾ ਹੈ, ਸਾਨੂੰ ਜ਼ਰੂਰ ਬੋਲਣਾ ਚਾਹੀਦਾ। ਸਾਨੂੰ ਇਹ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ। ਅਸੀਂ ਆਪਣੀ ਇੱਕ ਲਾਈਫ ਸਟਾਈਲ ਦੇ ਵਿੱਚ ਅਸੀਂ ਇੰਨਾ ਕੁ ਉਲਝੇ ਹੋਏ ਹਾਂ ਕਿ ਅਸੀਂ ਆਪਣੀ ਹੀ ਜ਼ਿੰਦਗੀ ਦੇ ਵਿੱਚ ਉਲਝੇ ਰਹਿੰਦੇ ਹਾਂ। ਨਹੀਂ, ਸਾਨੂੰ ਇਹਨਾਂ ਕਿਤਾਬਾਂ ਨੂੰ ਪੜ੍ਹਨਾ ਚਾਹੀਦਾ ਹੈ। ਕਿਤਾਬਾਂ ਨੂੰ ਪੜ੍ਹਾਂਗੇ, ਸਾਨੂੰ ਸਮਝ ਲੱਗੇਗਾ ਕਿ ਇਤਿਹਾਸ ਦੇ ਵਿੱਚ ਕੀ ਬੀਤਿਆ, ਕਿਉਂ ਨਿਹੰਗ ਸਿੰਘ ਪੂਲੇ ਨੂੰ ਸੋਧਿਆ ਗਿਆ, ਨਿਹੰਗ ਸਿੰਘ ਪੂਲੇ ਨੂੰ ਕਿਉਂ ਸਜ਼ਾ ਦਿੱਤੀ ਗਈ, ਕੀ ਕੀਤਾ ਸੀ ਉਹਨੇ, ਕਿਉਂ ਕੀਤਾ ਸੀ, ਕਿੰਨਾ ਕੁ ਕੀਤਾ ਸੀ, ਔਰ ਇੰਨਾ ਸਭ ਕੁਝ ਉਹਨੇ ਕੀਤਾ ਤੇ ਕਿਸ ਬਲਬੂਤੇ ਤੇ ਕੀਤਾ। ਕੀ ਨਿਹੰਗ ਸਿੰਘ ਪੂਲੇ ਨੂੰ ਸੋਧਣ ਤੋਂ ਬਾਅਦ ਕੀ ਸਜ਼ਾ ਖਤਮ ਹੋ ਗਈ? ਉਹਨਾਂ ਲੋਕਾਂ ਨੂੰ ਇਨਸਾਫ ਮਿਲ ਗਿਆ ਜਿਨ੍ਹਾਂ ਨੂੰ ਇਸਨੇ ਕਤਲ ਕੀਤਾ ਸੀਗਾ। ਅੱਜ ਕੋਈ ਇੰਨੇ ਕੇਸਿਸ ਹੁੰਦੇ, ਇੰਨੇ ਕ੍ਰਾਈਮ ਹੁੰਦੇ ਨੇ, ਇੰਨੇ ਕ੍ਰਾਈਮ ਹੋ ਰਹੇ ਨੇ ਅੱਜ। ਅਸੀਂ ਲੋਕੀ ਉੱਥੇ ਜਾ ਕੇ ਪ੍ਰੋਟੈਸਟ ਕਰਦੇ ਹਾਂ, ਸਜ਼ਾ ਦੀ ਮੰਗ ਕਰਦੇ ਹਾਂ। ਔਖਾ ਹੈ, ਬਹੁਤ ਔਖਾ ਹੈ। ਇਹ ਜਦੋਂ ਪੜ੍ਹੋਗੇ ਨਾ ਉਦੋਂ ਤੁਹਾਨੂੰ ਸਮਝ ਲੱਗੇਗਾ। ਮੈਂ ਰਿਕੁਐਸਟ ਕਰਾਂਗੀ ਕਿ ਇਹ ਕਿਤਾਬ ਸਾਰੇ ਜ਼ਰੂਰ ਪੜ੍ਹੋ ਔਰ ਪੜ੍ਹਨੀ ਵੀ ਚਾਹੀਦੀ ਹੈ। ਸਿਸਟਮ ਦਾ ਸਮਝ ਲੱਗੇਗਾ। ਇਨਸਾਫ ਨਹੀਂ ਮਿਲਦਾ, ਮੈਂ ਦੇਖਿਆ ਕਈ ਥਾਵਾਂ 'ਤੇ ਇਨਸਾਫ ਨਹੀਂ ਹੈ, ਕਈ ਥਾਵਾਂ 'ਤੇ ਬਹੁਤ ਕਰਪਸ਼ਨ ਹੈ। ਕਈਆਂ ਨੂੰ ਮੈਂ ਦੇਖਿਆ, ਅੱਖੀਂ ਵੇਖੀਆਂ ਗੱਲਾਂ ਨੇ, ਐਸੀ ਗੱਲ ਨਹੀਂ ਹੈ, ਅੱਖੀਂ ਵੇਖੀਆਂ ਗੱਲਾਂ ਨੇ। ਸੋ ਇਹਨਾਂ ਸਭ ਚੀਜ਼ਾਂ ਨੂੰ ਸਾਨੂੰ ਕਿਤਾਬਾਂ ਪੜ੍ਹਨ ਤੋਂ ਬਾਅਦ ਹੀ ਸਮਝ ਆਏਗੀ। ਇੱਕ ਸਿਸਟਮ ਦੀ ਸਮਝ ਲੱਗੇਗੀ, ਇੱਕ ਕਾਨੂੰਨ ਦੀ ਸਮਝ ਲੱਗੇਗੀ। ਇਹਨਾਂ ਚੀਜ਼ਾਂ ਨੂੰ ਬਹੁਤ ਜ਼ਰੂਰੀ ਹੈ ਸਮਝਣਾ। ਬਹੁਤ ਤਕਲੀਫ ਹੋਈ ਹੈ ਕਿਤਾਬ ਪੜ੍ਹ ਕੇ ਮੈਨੂੰ, ਬਹੁਤ ਜ਼ਿਆਦਾ। ਕਹਿੰਦੇ ਅੱਤ ਦਾ ਅੰਤ ਹੁੰਦਾ ਹੈ, ਕਿਤਾਬ ਦਾ ਨਾਮ ਵੀ ਅੱਤ ਦਾ ਅੰਤ ਹੈ। ਹੁਣ ਆਪਣਾ ਕਿਸਾਨੀ ਸੰਘਰਸ਼ ਲੈ ਲਓ। ਕਿਸਾਨੀ, ਸਾਡੇ ਕਿਸਾਨ ਵੀਰ ਭਰਾ, ਮਾਵਾਂ ਭੈਣਾਂ ਦਿੱਲੀ ਦੀਆਂ ਸੜਕਾਂ 'ਤੇ ਜਾ ਕੇ ਇੰਨੀ ਠੰਡ ਵਿੱਚ ਬੈਠੇ ਹੋਏ ਨੇ। ਕਿਉਂ? ਅੱਤ ਹੋ ਗਈ, ਅੱਤ ਹੋ ਗਈ। ਇਸੇ ਕਰਕੇ ਉੱਥੇ ਪਹੁੰਚੇ ਨੇ, ਇੰਨੀਆਂ ਜਥੇਬੰਦੀਆਂ ਪਹੁੰਚੀਆਂ ਨੇ, ਅੱਤ ਦੀ ਵਜ੍ਹਾ ਨਾਲ। ਇੰਨੀ ਜ਼ਿਆਦਾ ਅੱਤ, ਇੰਨੀ ਜ਼ਿਆਦਾ ਅੱਤ। ਇੱਕ ਬਿੱਲ ਨੂੰ ਸਿਰਫ ਸੋਧ ਕਰਨੀ ਹੈ। ਜਿਹੜੇ ਬਿੱਲ ਤੁਸੀਂ ਜਨਤਾ ਵਾਸਤੇ ਬਣਾਏ ਹੈ, ਕਿਸਾਨਾਂ ਵਾਸਤੇ ਬਣਾਏ ਹੈ, ਜਦੋਂ ਉਹੀ ਨਹੀਂ ਖੁਸ਼, ਫਿਰ ਉਹਨਾਂ ਬਿੱਲਾਂ ਦਾ ਕੀ ਫਾਇਦਾ? ਜੇ ਤੁਸੀਂ ਉਹਨਾਂ ਦੇ ਹੀ ਫਾਇਦੇ ਲਈ ਤੁਸੀਂ ਬਿੱਲ ਪਾਸ ਕਰ ਰਹੇ ਹੋ, ਉਹਨਾਂ ਦਾ ਕੀ ਫਾਇਦਾ ਜੇਕਰ ਉਹ ਸਾਰੇ ਕਿਸਾਨ ਅੱਜ ਸੜਕਾਂ 'ਤੇ ਜਾ ਕੇ ਬੈਠੇ ਹੋਏ ਨੇ? ਕੋਈ ਫਾਇਦਾ ਨਹੀਂ ਇਹੋ ਜਿਹੇ ਬਿੱਲਾਂ ਦਾ। ਇੰਨੀ ਜਨਤਾ ਉੱਥੇ, ਇੰਨੇ ਕਲਾਕਾਰ ਪਹੁੰਚੇ ਨੇ, ਸਾਰੇ ਲੀਡਰ ਸਾਡੇ ਜਿਹੜੇ ਨੇਤਾ ਨੇ। ਮੈਂ ਕਹਿ ਰਹੀ ਹਾਂ ਕਿ ਇਹਨਾਂ ਨੂੰ ਇਹ ਸਾਰੇ ਬਿੱਲਸ ਜਦੋਂ ਪੇਸ਼ ਹੋਏ ਆ ਜਾਂ ਇਹਨਾਂ 'ਤੇ ਵਿਚਾਰ ਸੀਗਾ, ਉਦੋਂ ਹੀ ਕਿਉਂ ਨਹੀਂ ਖੜ੍ਹੇ ਹੋਏ ਸਾਹਮਣੇ ਸਾਰੇ ਆ ਕੇ? ਸਾਨੂੰ ਕਿਸਾਨਾਂ ਨੂੰ, ਸਾਰੇ ਵੀਰ ਭੈਣ ਭਰਾਵਾਂ ਨੂੰ ਉੱਥੇ ਜਾ ਕੇ ਇੰਨਾ ਘੱਲਣੀ ਪੈ ਰਹੀ ਹੈ। ਕਿੰਨੇ ਵੀਰ, ਨੌਜਵਾਨ ਵੀਰ ਸ਼ਹੀਦ ਹੋ ਗਏ ਨੇ, ਕਿੰਨੇ ਬਜ਼ੁਰਗ ਉੱਥੇ ਸ਼ਹੀਦ ਹੋ ਰਹੇ ਨੇ। ਬੜਾ ਦੁੱਖ ਆਉਂਦਾ ਹੈ ਬਹੁਤ। ਅਸੀਂ ਘਰ 'ਚ ਬੈਠੇ ਹਾਂ, ਅਸੀਂ ਬੜੇ ਆਰਾਮ ਨਾਲ ਬੈਠੇ ਹਾਂ, ਉਹ ਕਿੰਨੀਆਂ ਤਕਲੀਫਾਂ ਚੱਲ ਰਹੇ ਨੇ, ਬਾਰਿਸ਼, ਠੰਡ, ਬਹੁਤ ਔਖਾ ਹੈ। ਮੈਂ
बहुत खुश भी ਹੁੰਦੀ ਆ ਜਿਹੜੇ ਦਾਨੀ ਜਥੇਬੰਦੀਆਂ ਨੇ, ਜਿਹੜੇ ਲੋਕ ਦਾਨ ਕਰ ਰਹੇ ਨੇ, ਜਿਹੜੇ ਲੋਕ ਉੱਥੇ ਮਦਦ ਕਰ ਰਹੇ ਨੇ, ਇੰਨੀ ਫੈਸਿਲਿਟੀਜ਼ ਪ੍ਰੋਵਾਈਡ ਕਰ ਰਹੇ ਨੇ, ਬੱਸਾਂ ਦੇ ਰਹੇ ਨੇ ਉੱਥੇ ਉਹਨਾਂ ਦੇ ਰਹਿਣ ਵਾਸਤੇ, ਖਾਣੇ ਦਾ ਪ੍ਰਬੰਧ ਹੈ, ਲੰਗਰ ਦਾ ਪ੍ਰਬੰਧ ਹੋ ਰਿਹਾ ਹੈ, ਮਸ਼ੀਨਾਂ ਲਗਾਈਆਂ ਜਾ ਰਹੀਆਂ ਨੇ, ਐਕਵਾ ਪ੍ਰੈਸ਼ਰ ਕੱਪੜੇ ਧੋਣ ਦੀਆਂ ਮਸ਼ੀਨਾਂ ਦੀ ਸੇਵਾ ਹੋ ਰਹੀ ਹੈ। ਰਵੀ ਸਿੰਘ ਖਾਲਸਾ ਏਡ ਜਿਹੜੇ ਉਹਨਾਂ ਦੇ ਵੱਲੋਂ ਬਹੁਤ ਸੋਹਣਾ ਕੰਮ ਕੀਤਾ ਜਾ ਰਿਹਾ। ਮੈਂ YouTube 'ਤੇ ਦੇਖਦੀ ਹਾਂ, ਨਿਊਜ਼ ਚੈਨਲਸ 'ਤੇ ਦੇਖਦੀ ਹਾਂ, ਬਹੁਤ ਕੁਛ ਦੇਖ ਰਹੇ ਹਾਂ, ਬਟ ਫਿਰ ਵੀ ਬਹੁਤ ਦੁੱਖ ਹੁੰਦਾ ਹੈ। ਇੱਕ ਮੇਰੀ ਰਿਕੁਐਸਟ ਹੈ ਸਾਰੇ ਕਿਸਾਨੀ ਸੰਘਰਸ਼ ਦੇ ਵਿੱਚ ਜਿੰਨੇ ਵੀ ਵੀਰ ਬਜ਼ੁਰਗ ਹੈ ਨਾ, ਸਾਡੇ ਵੀਰ ਭਰਾ ਨੇ ਜਾਂ ਬਜ਼ੁਰਗ ਨੇ ਜਾਂ ਸਾਡੀਆਂ ਮਾਵਾਂ ਨੇ, ਮੈਂ ਇੱਕ ਰਿਕੁਐਸਟ ਕਰਦੀ ਹਾਂ, ਜਦੋਂ ਇਹ ਨਿਊਜ਼ ਆਉਂਦੀ ਹੈ ਨਾ ਕਿ ਕਿਸੇ ਨੇ ਸੁਸਾਈਡ ਕਰ ਲਿਆ, ਕਿਸੇ ਨੇ ਆਤਮ ਹੱਤਿਆ ਕਰ ਲਈ, ਜ਼ਹਿਰ ਖਾ ਲਈ, ਬਹੁਤ ਔਖਾ ਲੱਗਦਾ ਹੈ। ਨਾ ਕਰੋ, ਆਤਮ ਹੱਤਿਆ ਨਾ ਕਰੋ, ਬਹੁਤ ਔਖਾ ਹੈ। ਸਿੱਖ ਕੌਮ ਨਾਲ ਆਪਾਂ ਸੰਬੰਧਿਤ ਹਾਂ। ਸਾਡੇ ਗੁਰੂ ਮਹਾਰਾਜ ਨੇ, ਸੱਚੇ ਪਾਤਸ਼ਾਹ ਨੇ ਪੂਰੇ ਦਾ ਪੂਰਾ ਪਰਿਵਾਰ ਵਾਰ ਦਿੱਤਾ ਇਸ ਧਰਮ ਲਈ, ਇਸ ਕੌਮ ਲਈ, ਹਿੰਦੂ ਧਰਮ ਲਈ। ਉਹਨਾਂ ਨੇ ਆਪਣੇ ਪਿਤਾ ਜੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਹਿੰਦੂ ਕੌਮ ਲਈ। ਨਾ ਆਤਮ ਹੱਤਿਆ ਕਰੋ। ਅਸੀਂ ਕਮਜ਼ੋਰ ਨਹੀਂ ਹਾਂ। ਜੇ ਅਸੀਂ ਮਰਨਾ ਹੀ ਹੈ ਤਾਂ ਅਸੀਂ ਲੜ ਕੇ ਮਰਾਂਗੇ, ਅਸੀਂ ਆਤਮ ਹੱਤਿਆ ਨਹੀਂ ਕਰਨਾ। ਇੰਨਾ ਦੁੱਖ ਆਉਂਦਾ ਹੈ ਮੈਨੂੰ, ਇੰਨੀ ਤਕਲੀਫ ਆਉਂਦੀ ਹੈ ਕਿ ਦੂਸਰੇ ਤੀਸਰੇ ਦਿਨ ਮੈਂ ਕੱਲ੍ਹ ਵੀ ਵੀਡੀਓ ਦੇਖੀ ਇੱਕ YouTube 'ਤੇ ਕਿ ਇੱਕ ਵੀਰੇ ਨੇ ਜ਼ਹਿਰ ਖਾ ਲਿਆ ਸਟੇਜ ਦੇ ਕੋਲ ਜਾ ਕੇ। ਬਹੁਤ ਔਖਾ ਹੈ। ਆਤਮ ਹੱਤਿਆ ਨਾ ਕਰੋ। ਇਹ ਬਹੁਤ ਔਖਾ ਲੱਗਦਾ ਸੁਣਨਾ। ਅਸੀਂ ਸਿੰਘਾਂ ਦੀ ਕੌਮ ਆ, ਅਸੀਂ ਲੜਾਂਗੇ, ਲੜਨਾ ਹੈ, ਲੜ ਕੇ ਮਰਾਂਗੇ ਜੇ ਮਰਨਾ ਹੀ ਹੈ ਤੇ। ਆਤਮ ਹੱਤਿਆ ਕੋਈ ਹੱਲ ਨਹੀਂ ਹੈ। ਸਾਰੇ ਵੀਰ ਭੈਣ, ਅਸੀਂ ਇੱਥੇ ਘਰ ਬੇਸ਼ੱਕ ਬੈਠੇ ਹਾਂ, ਅਸੀਂ ਤੁਹਾਡੇ ਲਈ ਸਭ ਲਈ ਅਰਦਾਸ ਹੀ ਕਰ ਰਹੇ ਹਾਂ। ਸੋ ਅਸੀਂ ਸਾਰੇ ਚਾਹੁੰਦੇ ਹਾਂ ਕਿ ਕਿਸਾਨ ਸੰਘਰਸ਼ ਚੜ੍ਹਦੀ ਕਲਾ ਵਿੱਚ ਰਵੇ। ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ ਕਿ ਕਿਸਾਨ ਸੰਘਰਸ਼ ਜਿਹੜਾ ਹੈ ਮੁਕੰਮਲ ਹੋਵੇ। ਇਹ ਬਿੱਲ ਜਿਹੜੇ ਨੇ ਇਹ ਵਾਪਸ ਲਏ ਜਾਣ, ਕਿਸਾਨਾਂ ਦੀਆਂ ਮੰਗਾਂ ਪੂਰੀਆਂ ਹੋਣ। ਸਮਝੋ, ਸਿਸਟਮ ਨੂੰ ਸਮਝੋ। ਅਵੇਅਰਨੈਸ ਚਾਹੀਦੀ ਹੈ ਪੂਰੀ ਜਨਤਾ ਦੇ ਵਿੱਚ। ਅਸੀਂ ਲੋਕਾਂ ਨੇ ਇਹਨਾਂ ਲੋਕਾਂ ਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ। ਜੇਕਰ ਅੱਜ ਉਹ ਸਾਡੀ ਹੀ ਸੁਣਵਾਈ ਨਹੀਂ ਹੋ ਰਹੀ, ਸਾਡੇ ਹੀ ਕਿਸਾਨ ਵੀਰ ਭਰਾ ਸੜਕਾਂ 'ਤੇ ਬੈਠੇ ਨੇ, ਤਾਂ ਇਹੋ ਜਿਹੀ ਸਰਕਾਰਾਂ ਦਾ ਫਿਰ ਕੀ ਫਾਇਦਾ। ਫਿਰ ਸਾਨੂੰ ਸਭ ਨੂੰ ਅਵੇਅਰਨੈਸ ਹੋਣੀ ਚਾਹੀਦੀ ਹੈ। ਮੈਂ ਚਾਹੁੰਦੀ ਹਾਂ ਕਿ ਇੱਕ ਵੋਟ ਪਾਉਣ ਲੱਗਿਆ ਸੋਚੋ, ਸੋਚ ਕੇ ਵੋਟ ਪਾਓ ਕਿ ਤੁਸੀਂ ਵੋਟ ਕਿਹਨੂੰ ਪਾ ਰਹੇ ਹੋ। ਅੱਜ ਇੰਨਾ ਵੱਡਾ ਸੰਘਰਸ਼ ਚੱਲ ਰਿਹਾ ਹੈ, ਮੈਨੂੰ ਨਹੀਂ ਲੱਗ ਰਿਹਾ ਕਿ ਕੋਈ ਸਪੋਰਟ ਸਰਕਾਰ ਵੱਲੋਂ ਕੁਛ ਹੋ ਰਹੀ ਹੈ। ਕਿੰਨਾ ਕੱਲ੍ਹ ਦੇਖਦੀ ਪਈ ਸੀ ਮੈਂ ਨਿਊਜ਼ 'ਚ, ਮਾਛੀਵਾੜੇ ਤੋਂ ਸੰਗਤ ਨੇ ਜਾ ਕੇ ਉੱਥੇ ਸਫਾਈ ਅਭਿਆਨ ਚਲਾਇਆ ਹੋਇਆ। 35 ਲੱਖ ਦੀ ਇੱਕ ਮਸ਼ੀਨ ਲੈ ਕੇ ਗਏ ਨੇ, ਜਿੰਨਾ ਉਹ ਗਾਰਾ ਵਗੈਰਾ ਚੁੱਕ ਰਹੇ। ਦੇਖੋ ਕਿੰਨਾ ਸਾਡੇ ਨੌਜਵਾਨ ਪੀੜ੍ਹੀ ਉੱਥੇ ਜਾ ਕੇ ਸੇਵਾ ਕਰ ਰਹੀ ਹੈ, ਜੋ ਕਿ ਕਿਤੇ ਤੇ ਕੁਛ ਸਰਕਾਰ ਕਰਦੀ ਪਰ ਨਹੀਂ, ਬਹੁਤ ਮੁਸ਼ਕਿਲ ਹੈ। ਸੋ ਸਾਡੇ ਲੇਖਕਾਂ ਵੱਲੋਂ ਵੀ ਇੱਕ ਯੋਗਦਾਨ ਪਾਇਆ ਜਾ ਰਿਹਾ ਹੈ। ਅਸੀਂ ਇੱਕ ਕਿਤਾਬ ਪਬਲਿਸ਼ ਕਰਨ ਜਾ ਰਹੇ ਹਾਂ ਕਿਸਾਨੀ ਸੰਘਰਸ਼ ਦੇ ਉੱਤੇ। ਉਸ ਦੇ ਵਿੱਚ ਅਸੀਂ ਸਾਰੇ ਲੇਖਕ ਆਪਣੀ ਆਪਣੀ ਰਚਨਾਵਾਂ ਲਿਖਾਂਗੇ ਔਰ ਉਹ ਬਹੁਤ ਜਲਦੀ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਦਿੱਲੀ ਕਿਸਾਨੀ ਸੰਘਰਸ਼ ਦੇ ਵਿੱਚ ਉਹ ਕਿਤਾਬਾਂ ਪਹੁੰਚਾਈਏ। ਔਰ ਮੈਂ ਚਾਹਾਂਗੀ ਕਿ ਜਿਹੜੇ ਵੀ ਲੇਖਕ ਇਸ ਬੁੱਕ ਦੇ ਵਿੱਚ ਆਪਣੀ ਰਚਨਾ ਦੇਣਾ ਚਾਹੁੰਦੇ ਨੇ ਉਹ ਜ਼ਰੂਰ ਦੇਣ। ਖੁਸ਼ੀ ਹੋਏਗੀ ਕਿ ਅਸੀਂ ਸਾਰਿਆਂ ਨੇ ਇਕੱਠੇ ਇੱਕ ਬੁੱਕ ਪਬਲਿਸ਼ ਕਰਾਂਗੇ ਔਰ ਸਭ ਦੀਆਂ ਰਚਨਾਵਾਂ ਉਹਦੇ ਵਿੱਚ ਆਉਣਗੀਆਂ। ਸੋ ਮੇਰਾ ਪਹਿਲੇ ਜਿਹੜੀ ਐਡੀਸ਼ਨ ਸੀ ਬੁੱਕ ਦਿਲ ਦੇ ਕਰੀਬ, ਅੱਛਾ ਫੀਡਬੈਕ ਆ ਰਿਹਾ ਹੈ, ਬਹੁਤ ਅੱਛਾ ਫੀਡਬੈਕ ਆ ਰਿਹਾ ਹੈ। ਲੋਕਾਂ ਨੇ ਬਹੁਤ ਪਸੰਦ ਕੀਤੀ ਹੈ ਸਾਰਿਆਂ ਨੇ। ਸੋ ਉਮੀਦ ਹੈ ਤੁਸੀਂ ਦੂਸਰੀ ਬੁੱਕ ਵੀ ਮੇਰੀ ਬਹੁਤ ਪਸੰਦ ਕਰੋਗੇ। ਜ਼ਰੂਰ ਪੜ੍ਹੋ, ਮੇਰਾ ਫੇਸਬੁੱਕ ਪੇਜ ਜ਼ਰੂਰ ਵਾਚ ਕਰੋ, ਮੇਰੇ ਨਾਮ ਤੋਂ ਹੀ ਹੈ, ਰਸ਼ਪਿੰਦਰ ਗਿੱਲ ਦੇ ਨਾਮ ਤੋਂ। YouTube ਚੈਨਲ ਹੈ ਰਸ਼ਪਿੰਦਰ ਗਿੱਲ ਦੇ ਨਾਮ ਤੋਂ, ਜ਼ਰੂਰ ਵਾਚ ਕਰੋ, ਲਾਈਕ
करो जेकर तुहानू पसंद आंदा है। कमेंट ज़रूर करो, सबसक्राइब करो चैनल मेरा। एंड ग्रुप्स ने मेरे 2 पिंगा सोच दियाँ ते सच दा हुक्का, दोनों ग्रुप्स जरूर जॉइन करो। उस दे विच बहुत वधिया वधिया लेखक ने, बहुत वधिया पोस्ट आंदियां ने, कवितावां ने, आर्टिकल्स ने और सॉन्ग्स ने अच्छे अच्छे, उन्हां च विचार विमर्श असी करते हैं। सच दा होका उहदे विच असी सारियां वीडियोज़ जो भी अजकल किसानी संघर्ष या जो भी सच्चाई लियानी चाहिदी है एक सरकार दी, एक सिस्टम दी, ਉਹਦੇ ਵਿੱਚ ਵੀਡੀਓਜ਼ ਪੋਸਟ ਹੁੰਦੀਆਂ ਨੇ, ਬਹੁਤ ਵਧੀਆ ਨੇ। ਤੁਸੀਂ ਉਹਨੂੰ ਜੁਆਇਨ ਜ਼ਰੂਰ ਕਰੋ। ਮੈਨੂੰ ਖੁਸ਼ੀ ਹੋਏਗੀ ਜੇ ਤੁਸੀਂ ਸਾਰੇ ਉਸ ਨੂੰ ਜੁਆਇਨ ਕਰੋਗੇ। ਵਧੀਆ ਲੱਗਦਾ ਕਿ ਅਸੀਂ ਸਾਰੇ ਇਕੱਠੇ ਮਿਲ ਕੇ ਇੱਕ ਗਰੁੱਪ ਦੇ ਵਿੱਚ ਵਧੀਆ ਵਿਚਾਰ ਵਿਮਰਸ਼ ਕਰਦੇ ਹਾਂ, ਇੱਕ ਦੂਸਰੇ ਤੋਂ ਸਿੱਖਣ ਨੂੰ ਮਿਲਦਾ ਹੈ। ਕਿਤਾਬਾਂ ਜ਼ਰੂਰ ਪੜ੍ਹੋ और मेरी ख्वाहिश है कि हर नौजवान, हर बुज़ुर्ग, हर औरत, हर कुड़ी किताबां पढ़े। बुक रीडिंग ज़रूरी है, तां ही असीं अपने इतिहास नाल जुड़ांगे,